ਬਟਾਲਾ ਤੋਂ ਇੱਕ ਖਬਰ ਸਾਹਮਣੇ ਆਈ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਅਤੇ ਬਾਰ-ਬਾਰ ਇਹੀ ਸਵਾਲ ਕਰੋਗੇ ਕਿ ਆਖਿਰਕਾਰ ਇਹਨਾਂ ਛੋਟੀਆਂ-ਛੋਟੀਆਂ ਬੱਚੀਆਂ ਦਾ ਕੀ ਕਸੂਰ ਸੀ। ਕੀ ਵਾਕਈ ਹੀ ਕੁੜੀਆਂ ਨੂੰ ਹੁਣ ਤੱਕ ਨਿੰਦਿਆ ਜਾਂਦਾ ਹੈ ਤੇ ਮੁੰਡਿਆਂ ਨੂੰ ਹੀ ਪੂਜਿਆ ਜਾਂਦਾ ਹੈ। ਇਸ ਘਰ ਦੀ ਮਾਂ ਦੇ ਵੱਲੋਂ ਇੱਕ ਅਜਿਹਾ ਕਾਰਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਸਾਰੇ ਸਵਾਲ ਇੱਕ ਵਾਰ ਫਿਰ ਤੋਂ ਖੜੇ ਹੋ ਗਏ। ਇਸ ਘਰ ਦੀ ਇੱਕ ਔਰਤ ਦੇ ਵੱਲੋਂ ਇਹਨਾਂ ਤਿੰਨਾਂ ਕੁੜੀਆਂ ਦੀ ਮਾਂ ਦੇ ਵੱਲੋਂ ਮੁੰਡੇ ਨੂੰ ਤਾਂ ਆਪਣੇ ਨਾਲ ਲਿਜਾਇਆ ਗਿਆ, ਪਰ ਇਹਨਾਂ ਤਿੰਨਾਂ ਬੱਚੀਆਂ ਨੂੰ ਦਾਦੀ ਦੇ ਸਹਾਰੇ ਛੱਡ ਦਿੱਤਾ ਗਿਆ। ਉਹ ਬੁੱਢੀ ਦਾਦੀ ਜਿਸ ਦੇ ਕੋਲ ਆਪਣੇ ਖਾਣ ਦੇ ਲਈ ਵੀ ਪੈਸੇ ਨਹੀਂ ਤੇ ਉਹ ਗੁਜ਼ਾਰਾ ਕਿੰਨੀ ਮੁਸ਼ਕਿਲ ਨਾਲ ਕਰਦੇ ਨੇ, ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਅੱਖਾਂ ਦੇ ਵਿੱਚ ਹੰਝੂ ਅਤੇ ਘਰ ਦੇ ਵਿੱਚ ਚੋ ਰਿਹਾ ਪਾਣੀ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਰਾਤਾਂ ਨੂੰ ਉੱਠ ਕੇ ਉਹ ਪੁੱਛਦੀਆਂ ਨੇ ਕਿ ਮੇਰੀ ਮਾਂ ਕਿੱਥੇ ਹੈ। ਉਸ ਤੋਂ ਬਾਅਦ ਦਾਦੀ ਕੀ ਕੁਝ ਜਵਾਬ ਦਿੰਦੀ ਹੈ ਉਹ ਤੁਸੀਂ ਖੁਦ ਸੁਣਿਓ। ਦੱਸਦੀ ਹੈ ਕਿ ਇਸ ਘਰ ਦਾ ਇੱਕੋ ਇੱਕ ਸਹਾਰਾ ਇਹਨਾਂ ਦੀ ਹੁਣ ਦਾਦੀ ਹੀ ਬਚੀ ਹੈ। ਮਾਂ ਨੂੰ ਆਪਣੀਆਂ ਬੱਚੇ ਦੀ ਜਾਨ ਆਪਣੇ ਆਪ ਤੋਂ ਵੀ ਪਿਆਰੀ ਹੁੰਦੀ ਹੈ, ਪਰ ਇਸ ਘਰ ਦੇ ਵਿੱਚ ਜਦੋਂ ਪਿਓ ਦਾ ਸਾਇਆ ਸਿਰ ਤੋਂ ਉੱਠਿਆ ਤਾਂ ਇਹਨਾਂ ਦੀ ਮਾਂ ਵੀ ਘਰੋਂ ਭੱਜ ਗਈ। ਤਿੰਨੋਂ ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ 11 ਸਾਲ, 9 ਸਾਲ ਅਤੇ 6 ਸਾਲ ਦੀ ਹੈ, ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਭਰਾ ਨੂੰ ਵੀ ਸਾਡੀ ਮਾਂ ਨਾਲ ਲੈ ਗਈ। ਹਾਲਾਂਕਿ ਉਹਨਾਂ ਦੀ ਮਾਂ ਇਹਨਾਂ ਬੱਚਿਆਂ ਨੂੰ ਕੁੱਟਦੀ ਹੁੰਦੀ ਸੀ, ਇਸ ਕਰਕੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਭਰਾ ਨੂੰ ਬਹੁਤ ਯਾਦ ਕਰਦੇ ਹਾਂ। ਛੋਟੀ ਬੱਚੀ ਜਿਸ ਦੀ ਉਮਰ ਮਹਿਜ਼ 6 ਸਾਲ ਦੀ ਹੈ, ਉਹ ਰਾਤਾਂ ਨੂੰ ਉੱਠ ਕੇ ਪੁੱਛਦੀ ਹੈ ਕਿ ਮੇਰੀ ਮਾਂ ਕਿੱਥੇ ਹੈ। ਮਾਂ ਦਾ ਇੰਤਜ਼ਾਰ ਕਰਦੀਆਂ ਇਹ ਬੱਚੀਆਂ ਜਿਨ੍ਹਾਂ ਨੂੰ ਦਾਦੀ ਕੁਝ ਦੱਸ ਵੀ ਨਹੀਂ ਸਕਦੀ ਅਤੇ ਲੁਕੋ ਵੀ ਨਹੀਂ ਸਕਦੀ। ਇਸ ਪੂਰੇ ਪਰਿਵਾਰ ਦੇ ਕੋਲ ਆਮਦਨੀ ਦਾ ਕੋਈ ਵੀ ਵਸੀਲਾ ਨਹੀਂ। ਬੁੱਢੀ ਦਾਦੀ ਤੋਂ ਇਲਾਵਾ ਇਸ ਘਰ ਦਾ ਹੋਰ ਕੋਈ ਸਹਾਰਾ ਨਹੀਂ ਬਚਿਆ। ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੀਆਂ ਦਾਦੀ ਪੋਤੀਆਂ ਦਿਨੋ ਦਿਨ ਰੋਂਦੀਆਂ ਰਹਿੰਦੀਆਂ ਨੇ ਅਤੇ ਘਰ ਦੇ ਹਾਲਾਤ ਦੇਖ ਤੁਸੀਂ ਵੀ ਜ਼ਰੂਰ ਰੋ ਪਵੋਗੇ। ਘਰ ਦੀਆਂ ਛੱਤਾਂ ਚੋ ਰਹੀਆਂ ਨੇ, ਚੁੱਲ੍ਹੇ ਦੇ ਵਿੱਚ ਅੱਗ ਤੱਕ ਨਹੀਂ ਬਲਦੀ, ਖਾਣ ਦੇ ਲਈ ਰੋਟੀ ਨਹੀਂ ਹੁੰਦੀ ਤੇ ਜਦੋਂ ਘਰ ਦੀ ਇੱਕੋ ਇੱਕ ਸਹਾਰਾ ਇਹਨਾਂ ਬੱਚੀਆਂ ਦੀ ਮਾਂ ਵੀ ਘਰੋਂ ਤੁਰ ਗਈ ਤਾਂ ਬੁੱਢੀ ਦਾਦੀ ਤੇ ਜਿਵੇਂ ਇੱਕ ਵੱਡਾ ਪਹਾੜ ਟੁੱਟ ਗਿਆ। ਕਰੀਬ 7 ਮਹੀਨੇ ਪਹਿਲਾਂ ਹੀ ਪਿਤਾ ਦੀ ਮੌਤ ਹੋਈ ਤਾਂ ਬੁੱਢੀ ਦਾਦੀ ਲੋਕਾਂ ਦੇ ਘਰ ਭਾਂਡੇ ਮਾਂਜਣ ਦਾ ਕੰਮ ਕਰਨ ਲੱਗੀ ਅਤੇ ਆਪਣੇ ਨਾਲ ਆਪਣੀ ਨੂੰਹ ਰਾਣੀ ਨੂੰ ਵੀ ਕੰਮ ਤੇ ਲਗਵਾ ਦਿੱਤਾ। ਪਰ ਉਸ ਤੋਂ ਬਾਅਦ ਉਸ ਨੂੰ ਉਮੀਦ ਸੀ ਕਿ ਉਹ ਬੱਚੀਆਂ ਨੂੰ ਰੋਟੀ ਖਵਾਏਗੀ, ਪਰ ਇਹ ਨਹੀਂ ਪਤਾ ਸੀ ਕਿ ਉਹ ਘਰ ਛੱਡ ਕੇ ਹੀ ਚਲੀ ਜਾਵੇਗੀ। ਦਾਦੀ ਦਾ ਹਜੇ ਵੀ ਇਹ ਕਹਿਣਾ ਕਿ ਕਿਸੇ ਨੇ ਗਲਤ ਰਸਤੇ ਉਸ ਨੂੰ ਪਾ ਦਿੱਤਾ, ਕਿਉਂਕਿ ਉਹ ਘਰ ਦੇ ਵਿੱਚ ਵਧੀਆ ਰਹਿੰਦੀ ਸੀ। ਇੱਕ ਉਮੀਦ ਦੀ ਕਿਰਨ ਜਗਾਉਂਦੀ ਹੈ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਿ ਉਹਨਾਂ ਦੀ ਨੂੰਹ ਬਿਲਕੁਲ ਸਹੀ ਹੈ। ਪਰ ਦੂਜੇ ਪਾਸੇ ਰੋਂਦੀਆਂ ਤੜਫਦੀਆਂ ਬੱਚੀਆਂ ਨੇ ਕਿਸ ਤਰ੍ਹਾਂ ਦੇ ਨਾਲ ਰੋ ਕੇ ਆਪਣੇ ਭਰਾ ਨੂੰ ਯਾਦ ਕੀਤਾ ਅਤੇ ਆਪਣੀ ਮਾਂ ਨੂੰ ਆਵਾਜ਼ਾਂ ਮਾਰੀਆਂ, ਚੀਕਾਂ ਮਾਰ ਕੇ ਬੁਲਾਇਆ। ਆਓ ਸੁਣ ਲੈਂਦੇ ਹਾਂ। ਮੁਸਕਾਨ ਤੈਨੂੰ ਕਿਹਦੀ ਯਾਦ ਆਉਂਦੀ? ਨਿੱਤਨ ਦੀ। ਭਰਾ ਵੀਰਾ ਵੀ ਰੱਖਾਂਗੇ। ਯਾਦ ਆਉਂਦੀ ਮੰਮਾ ਦੀ? ਹਾਂਜੀ। ਦਾਦੀ ਕਹਿੰਦੇ ਮੰਮਾ ਰਾਤੀ ਉੱਠ ਕੇ ਵਜਾਂ ਦਿੰਦੇ, ਕੀ ਕਹਿੰਦੇ ਹੁੰਦੇ? ਮੰਮੀ। ਇਹ 9 ਸਾਲ ਦੀ ਬੱਚੀ ਹੈ ਜਿਹੜੀ ਕਿ ਰਾਤਾਂ ਨੂੰ ਉੱਠ ਕੇ ਆਪਣੀ ਮਾਂ ਨੂੰ ਆਵਾਜ਼ਾਂ ਮਾਰਦੀ ਹੈ। ਘਰ ਦੇ ਵਿੱਚ ਮਜਬੂਰ ਦਾਦੀ ਮੌਜੂਦ ਹੈ ਜਿਸ ਨੂੰ ਕਿ ਨਾ ਤਾਂ ਕਿਸੇ ਪਾਸਿਓਂ ਪੈਸੇ ਆਉਂਦੇ ਨੇ, ਨਾ ਹੀ ਕੋਈ ਖਾਣ ਪੀਣ ਦਾ ਹਿੱਲਾ ਵਸੀਲਾ ਅਤੇ ਨਾ ਹੀ ਉਹ ਇਹਨਾਂ ਬੱਚੀਆਂ ਨੂੰ ਕੋਈ ਜਵਾਬ ਦੇ ਸਕਦੀ ਹੈ। 5 ਰੁਪਏ ਦੇ ਕੇ ਚੱਲ ਗਏ ਸੀ, ਕਹਿੰਦੇ ਮੈਂ ਦਵਾਈ ਦੇਣ ਚੱਲੀ, ਚੱਲ ਗਏ ਸੀ, ਆਏ ਨਹੀਂ ਮੁੜ ਕੇ। ਯਾਦ ਆਉਂਦੀ ਮੰਮਾ ਦੀ? ਆਉਂਦੀ ਕਿਹਦੀ ਆਉਂਦੀ ਹੈ? ਨਿੱਤਨ ਦੀ। ਨਿੱਤਨ ਕੋਲ ਭਰਾ ਸਾਡਾ। ਮੰਮਾ ਦੀ ਨਹੀਂ ਆਉਂਦੀ? ਨਹੀਂ। ਬੱਚੀਆਂ ਨੂੰ 5-5 ਰੁਪਏ ਦੇ ਕੇ ਜਾਂਦੇ ਹੋਏ ਆਪਣੇ ਮੁੰਡੇ ਨੂੰ ਉਹ ਮਾਂ ਨਾਲ ਲੈ ਗਈ। ਉਸ ਤੋਂ ਬਾਅਦ ਇਹ ਬੱਚੀਆਂ ਜਦੋਂ ਆਪਣੇ ਭਵਿੱਖ ਦੇ ਬਾਰੇ ਸੋਚਣਗੀਆਂ, ਵੱਡੇ ਹੋ ਕੇ ਸਵਾਲ ਕਰਨਗੀਆਂ ਤਾਂ ਕੀ ਸੋਚ ਕੇ ਦੁਖੀ ਹੋਣਗੀਆਂ ਕਿ ਅਸੀਂ ਸਿਰਫ ਕੁੜੀਆਂ ਸੀ ਇਸ ਕਰਕੇ ਸਾਨੂੰ ਮਾਂ ਨੇ ਛੱਡ ਦਿੱਤਾ, ਜਾਂ ਸਾਡੇ ਪਿਓ ਦਾ ਸਾਇਆ ਸਿਰ ਤੋਂ ਕਿਉਂ ਹੀ ਉੱਠਿਆ। ਤੁਸੀਂ ਸਾਰੇ ਹਾਲਾਤ ਨੂੰ ਸਮਝ ਸਕਦੇ ਹੋ ਤੇ ਆਉਣ ਵਾਲੇ ਸਮੇਂ ਨੂੰ ਲੈ ਕੇ ਚਿੰਤਾ ਦੇ ਵਿੱਚ ਡੁੱਬੀ ਦਾਦੀ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਜ਼ਰਾ ਸੁਣੋ। ਬੜੇ ਚੰਗੇ ਤਰੀਕੇ ਨਾਲ ਰਹਿ ਰਹੀ ਸੀਗੀ, ਕੋਈ ਐਸੀ ਗੱਲ ਨਹੀਂ ਸੀ ਵੀ ਇਹ ਚਲੀ ਜਾਏਗੀ ਬੱਚੇ ਛੱਡ ਕੇ। ਸਾਨੂੰ ਉਮੀਦ ਨਹੀਂ ਸੀ ਹੈਗੀ ਵੀ ਇਹ ਇਸ ਕੰਮ 'ਚ ਪੈ ਜਾਏਗੀ। ਮੈਂ ਜਿੰਨਾ ਘਰ ਕੰਮ ਕਰਦੀ ਸੀ ਉੱਥੇ ਹੀ ਉਹਨੂੰ ਲਵਾਤਾ। ਮੈਂ ਠੀਕ ਨਹੀਂ ਸੀ ਰਹਿਣ ਡਿਆ, ਵੀ ਬੁਖਾਰ ਚੜ੍ਹਦਾ ਸੀ ਅਤੇ ਮੈਂ ਕਿਹਾ ਚਲੋ ਇਹ ਰੋਟੀ ਕਮਾਏਗੀ, ਬੱਚੇ ਖਾਣਗੇ। ਸਾਨੂੰ ਨਹੀਂ ਪਤਾ ਵੀ ਇਹਨੂੰ ਗਲਤ ਰਸਤੇ 'ਚ ਕਿਸੇ ਨੇ ਪਾ ਦੇਣਾ ਵਾ। ਗਲਤ ਰਸਤੇ 'ਚ ਪੈ ਗਈ ਅਤੇ ਘਰੋਂ ਚਲ ਗਈ ਆ, ਜਾ ਕੇ ਸ਼ਾਦੀ ਕਰ ਲਈ।
ਦੂਜੇ ਦਿਨ ਹੀ ਹਫਤੇ ਸੰਗਰਾਂਦ ਦੇ ਦਿਨ ਤੋਂ ਸਾਨੂੰ ਪਤਾ ਲੱਗ ਗਿਆ ਵੀ ਉਹਨੇ ਚੂੜਾ ਚਾੜਾ ਪਾ ਲਿਆ ਏ ਤੇ ਵਿਆਹ ਕਰਾ ਲਿਆ ਵਾ। ਅਸੀਂ ਸਾਡੇ ਦਿਲ 'ਚ ਤਾਂ ਬਹੁਤ ਆਇਆ ਵੀ ਦੇਖੋ ਕਿੱਡੀ ਕੁ ਮਾੜੀ ਜਨਾਨੀ ਨਿਕਲੀ ਆ, ਬੱਚੇ ਛੱਡ ਕੇ ਤੇ ਦੂਜੇ ਨਾਲ ਜਾ ਕੇ ਫਿਰ ਸ਼ਾਦੀ ਕਰਾ ਲਈ ਆ। ਹਲੇ ਸਾਲ ਉਸ ਦਿਨ 6 ਮਹੀਨੇ ਹੋਏ ਸੀ, 7 ਮਹੀਨੇ ਉਹਦੇ ਬੰਦੇ ਮਰੇ ਨੂੰ, ਤੇ ਜਾ ਕੇ ਫਿਰ ਉਹਨੇ ਚੂੜੇ ਚਾੜੇ ਪਾ ਕੇ ਤੇ ਗੁਰਦੁਆਰੇ ਲਾਵਾਂ ਲੈ ਲਈਆਂ। ਅੱਗੋਂ ਪਤਾ ਨਹੀਂ ਕਿਹੜੀ ਖੁਸ਼ੀ ਦੇ ਵਿੱਚ ਉਹਨੇ ਬੱਚੀਆਂ ਛੱਡ ਕੇ ਚਲੀ ਗਈ ਆ। ਇੰਨਾ ਦੁੱਖ ਲੱਗਾ, ਬਹੁਤ ਜ਼ਿਆਦਾ ਦੁੱਖ ਲੱਗਾ। ਬੱਚੀਆਂ ਨੂੰ ਜਿਹੜਾ ਕੋਈ ਦੱਸਦਾ ਆ ਕੇ ਰੋਣ ਪੈ ਜਾਂਦੀਆਂ ਨੇ ਘਰ ਆ ਕੇ, ਸਾਡੀ ਮਾਂ ਨੇ ਵਿਆਹ ਕਰਾ ਲਿਆ, ਕੀ ਕਰ ਸਕਦੇ ਹਾਂ ਦੱਸੋ। ਤੁਸੀਂ ਕਦੀ ਲੱਭਣ ਦੀ ਕੋਸ਼ਿਸ਼ ਕੀਤੀ? ਅਸੀਂ ਤੇ ਤਾਂ ਹੀ ਲੱਭੀਏ ਨਾ ਜੇ ਉਹਨੇ ਆਉਣਾ ਹੋਵੇ, ਤੇ ਲੱਭਣ ਦੀ ਕੋਸ਼ਿਸ਼ ਤਾਂ ਹੀ ਕਰੀਏ ਨਾ ਕਿ ਜੇ ਉਹਨੇ ਆਉਣਾ ਹੁੰਦਾ ਤੇ ਇਸ ਗਲਤ ਆਪਣੀ ਮਾਂ ਕੋਲ ਚਲ ਜਾਂਦੀ 4 ਦਿਨ, ਤੇ ਚਲੋ ਸਾਨੂੰ ਪਤਾ ਲੱਗਦਾ ਵੀ ਕੋਈ ਗੱਲ ਨਹੀਂ ਮੰਮੀ ਕੋ ਗਈ, ਅਸੀਂ ਉੱਥੋਂ ਜਾ ਕੇ ਲੈ ਆਉਂਦੇ। ਪਹਿਲਾਂ ਵੀ ਜਾਂਦੀ ਸੀ ਜਦੋਂ ਉਹਦਾ ਬੰਦਾ ਜਿੰਦਾ ਸੀ, ਲੜ ਕੇ ਗੁੱਸੇ 'ਚ ਜਾਂਦੀ ਸੀ। ਉਹ ਦੂਜੇ ਦਿਨ ਹੀ ਉਹ ਪੈਸੇ ਚੁੱਕ ਚੱਕ ਕੇ ਤੇ ਉਹਨੂੰ ਲੈ ਆਉਂਦਾ ਸੀਗਾ, ਹਫਤੇ 'ਚ ਵਾਪਸ ਲੈ ਕੇ ਆ ਜਾਂਦਾ ਸੀ ਘਰ, ਤੇ ਕਿਤੇ ਜਾਂਦੀ ਵੀ ਨਹੀਂ ਸੀਗੀ। ਬੇਸ਼ੱਕ ਜਿੰਨੀ ਮਰਜ਼ੀ ਲੜਾਈ ਝਗੜਾ ਘਰ 'ਚ ਹੁੰਦਾ ਸੀ, ਉਹ ਕਿਤੇ ਪੁੱਠੇ ਰਸਤੇ ਜਾਣ ਦੀ ਕੋਸ਼ਿਸ਼ ਨਹੀਂ ਸੀ ਕਰਦੀ। ਉਹਦੇ ਮਰਨ ਦੀ ਢੇਰ ਹੋਈ ਤੇ ਇਹਨੇ ਕਦਮ ਚੁੱਕੇ ਲਿਆ। ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਰਹੇ ਬੱਚਿਆਂ ਦਾ ਅਤੇ ਪਰਿਵਾਰ ਦਾ ਆਖਿਰਕਾਰ ਕੀ ਕਸੂਰ ਹੁੰਦਾ ਹੈ? ਕੀ ਕਰੀਏ ਜੇਕਰ ਕੋਈ ਅਨਹੋਣੀ ਘਟਨਾ ਵਾਪਰ ਜਾਵੇ ਤੇ ਅੱਧ ਵਿਚਾਲੇ ਕਿਸੇ ਦਾ ਜੀਵਨ ਸਾਥੀ ਤੁਰ ਜਾਵੇ? ਕੀ ਉਸ ਮਾਂ ਨੂੰ ਅਜਿਹਾ ਕਦਮ ਚੁੱਕਣਾ ਚਾਹੀਦਾ ਸੀ? ਕੀ ਉਸ ਨੂੰ ਆਪਣੇ ਤਿੰਨੋਂ ਬੱਚਿਆਂ ਨੂੰ ਆਪਣੀ ਦਾਦੀ ਕੋਲ ਛੱਡ ਕੇ ਪੁੱਤ ਨੂੰ ਨਾਲ ਲੈ ਕੇ ਜਾਣਾ ਸਹੀ ਹੈ? ਕੀ ਤੁਸੀਂ ਇਸ ਗੱਲ ਨੂੰ ਕਿਸੇ ਵੀ ਤਰ੍ਹਾਂ ਠੀਕ ਸਾਬਿਤ ਕਰ ਸਕਦੇ ਹੋ ਕਿ ਇਹਨਾਂ ਬੱਚਿਆਂ ਦੀ ਅੱਖਾਂ ਜਿਹੜੀਆਂ ਅੱਜ ਮਾਂ ਨੂੰ ਉਡੀਕ ਰਹੀਆਂ ਨੇ ਉਹ ਗਲਤ ਨੇ? ਹਾਲਾਂਕਿ ਬੱਚਿਆਂ ਨੇ ਇਹ ਕਹਿ ਦਿੱਤਾ ਕਿ ਸਾਨੂੰ ਯਾਦ ਹੀ ਨਹੀਂ ਆਉਂਦੀ। ਕਿੰਨੀ ਕੁੜੱਤਣ ਅਤੇ ਦੁੱਖ ਭਰਿਆ ਹੋਵੇਗਾ ਇਹਨਾਂ ਸ਼ਬਦਾਂ ਦੇ ਵਿੱਚ, ਅਤੇ ਜਦੋਂ ਇਹ ਬੱਚੀਆਂ ਵੱਡੀਆਂ ਹੋਣਗੀਆਂ ਤਾਂ ਕਿੰਨੇ ਤਰ੍ਹਾਂ ਦੇ ਸਵਾਲ ਜਵਾਬ ਇਹਨਾਂ ਦੇ ਦਿਮਾਗ ਦੇ ਵਿੱਚ ਉਮੜਨਗੇ। ਉਸ ਸਮੇਂ ਦਾਦੀ ਦੇ ਵੱਲੋਂ ਕੀ ਦਿਲਾਸਾ ਦਿੱਤਾ ਜਾਵੇਗਾ? ਹਾਲਾਂਕਿ ਉਹਨਾਂ ਨੂੰ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਪਰ ਫਿਰ ਵੀ ਉਹ ਇਹ ਉਮੀਦ ਕਰਦੇ ਨੇ ਕਿ ਆਉਣ ਵਾਲਾ ਭਵਿੱਖ ਇਹਨਾਂ ਬੱਚੀਆਂ ਦਾ ਚੰਗਾ ਹੋਵੇ। ਜਿਸ ਤਰ੍ਹਾਂ ਦੇ ਨਾਲ ਇਹਨਾਂ ਦੀ ਮਾਂ ਨੇ ਇਹਨਾਂ ਦੇ ਨਾਲ ਕੀਤਾ, ਕਿ ਅਜਿਹੀ ਔਰਤ ਨੂੰ ਇੱਕ ਮਾਂ ਕਹਾਉਣ ਦਾ ਹੱਕ ਹੈ? ਕਿਉਂਕਿ ਮਾਂ ਤਾਂ ਉਹ ਹੁੰਦੀ ਹੈ ਜਿਹੜੇ ਕਿ ਆਪਣੇ ਬੱਚਿਆਂ ਦੇ ਵਿੱਚ ਆਪਣੀ ਜਾਨ ਸਮਝਦੀ ਹੈ। ਜੇਕਰ ਬੱਚਿਆਂ ਨੂੰ ਕੁਝ ਹੋਵੇ ਤਾਂ ਉਹਨਾਂ ਤੋਂ ਇੱਕ ਪਲ ਵੀ ਉਹ ਦੂਰ ਨਹੀਂ ਰਹਿ ਪਾਉਂਦੀ। ਪਰ ਇੱਥੇ ਤਾਂ 3 ਮਾਸੂਮ ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ 6 ਸਾਲ, 9 ਸਾਲ ਅਤੇ 11 ਸਾਲ ਦੀ ਹੈ, ਉਹਨਾਂ ਨੂੰ ਦਾਦੀ ਦੇ ਸਹਾਰੇ ਛੱਡ ਕੇ ਇੱਕ ਔਰਤ ਘਰ ਤੋਂ ਚਲੀ ਗਈ। ਕੁਝ ਹੀ ਦਿਨਾਂ ਬਾਅਦ ਉਸਨੇ ਜਾ ਕੇ ਵਿਆਹ ਵੀ ਕਰਵਾ ਲਿਆ ਅਤੇ ਹੱਥ ਦੇ ਵਿੱਚ ਲਾਲ ਚੂੜਾ ਇੱਕ ਵਾਰ ਫਿਰ ਤੋਂ ਪਵਾ ਕੇ ਕਿਤੇ ਹੋਰ ਵਸ ਗਈ। ਔਰਤ ਤਾਂ ਵਸ ਗਈ, ਪਰ ਇਹਨਾਂ ਦਾ ਘਰ ਹਮੇਸ਼ਾ ਲਈ ਉਜੜ ਗਿਆ।